ਹੈਲੋ ਫਰੈਂਡਸ, ਕੀ ਹਾਲ ਹੈ। ਆਈ ਹੋਪ ਸਾਰੇ ਵਧੀਆ ਹੋਣਗੇ, ਸਾਰਿਆਂ ਦੀ ਸਿਹਤਾਂ ਬਿਲਕੁਲ ਠੀਕ ਹੋਣਗੀਆਂ, ਵਧੀਆ ਹੋਣਗੀਆਂ। ਤੇ ਸਰਦੀਆਂ ਦਾ ਮੌਸਮ ਹੈ, ਲੋਕਾਂ ਦਾ ਅੱਜ ਕੱਲ੍ਹ ਜਿੰਮ ਦੇ ਵਿੱਚ ਮਨ ਘੱਟ ਲੱਗਦਾ, ਘਰੇ ਬੈਠ ਕੇ ਰਜਾਈਆਂ 'ਚ ਟੀਵੀ ਦੇਖਣ ਦਾ ਜ਼ਿਆਦਾ ਲੱਗਦਾ। ਬਟ ਨਹੀਂ, ਆਪਾਂ ਨੂੰ ਜਿੰਮ ਰੈਗੂਲਰ ਜਾਣਾ ਚਾਹੀਦਾ। ਸੋ ਅੱਜ ਆਪਣਾ ਟੌਪਿਕ ਇਹ ਹੈ ਹੈਲਥ ਦੇ ਰਿਲੇਟਡ ਟੌਪਿਕ ਇਹ ਹੈ ਕਿ ਲੋਕਾਂ ਦਾ ਕੁਐਸਚਨ, ਬਹੁਤ ਵੱਡਾ ਕੁਐਸਚਨ ਹੈ ਔਰ ਬਹੁਤ ਮਿਥਸ ਵੀ ਨੇ ਉਸ ਚੀਜ਼ ਨੂੰ ਲੈ ਕੇ ਕਿ ਸਾਨੂੰ ਸਪਲੀਮੈਂਟਸ ਖਾਣੇ ਚਾਹੀਦੇ ਆ ਕਿ ਨਹੀਂ ਖਾਣੇ ਚਾਹੀਦੇ। ਸਭ ਤੋਂ ਪਹਿਲਾਂ ਤਾਂ ਮੈਂ ਸਪਲੀਮੈਂਟਸ ਦੇ ਨੁਕਸਾਨ ਦੱਸਦਾ ਕੀ ਹੈ। ਬਹੁਤ ਮੇਜਰ ਨੁਕਸਾਨ ਨਹੀਂ ਹੈਗਾ ਇਸਦੇ, ਛੋਟੇ ਮੋਟੇ ਮਾਈਨਰ ਜੇ ਚੇਂਜਿਸ ਆਉਂਦੇ ਆ ਬੋਡੀ ਦੇ ਵਿੱਚ, ਨੈਗੇਟਿਵ ਚੇਂਜਿਸ ਆਉਂਦੇ ਆ ਕਿ ਜਿੱਦਾਂ ਕਿ ਆਪਾਂ ਐਗਜ਼ਾਮਪਲ ਲੈ ਲਈਏ ਪ੍ਰੋਟੀਨ ਦਾ, ਕਿ ਪ੍ਰੋਟੀਨ ਖਾਣ ਦੇ ਨਾਲ, ਜ਼ਿਆਦਾ ਐਕਸੈਸ ਦੇ ਵਿੱਚ ਪ੍ਰੋਟੀਨ ਖਾਣ ਦੇ ਨਾਲ ਆਦਮੀ ਨੂੰ, ਲੇਡੀਜ਼ ਹੋਵੇ ਜੈਂਟਸ ਹੋਵੇ, ਗੈਸ ਦੀ ਪ੍ਰੋਬਲਮ ਹੋ ਸਕਦੀ ਹੈ। ਲਾਈਕ ਲਗਾਤਾਰ ਦਿਨ ਰਾਤ ਉਹ ਗੈਸ ਪਾਸ ਕਰਦਾ ਰਹਿੰਦਾ ਫॉर श्योर। ਔਰ ਜਿਹੜਾ ਕਿ ਰੈਗੂਲਰ ਖਾ ਰਿਹਾ, ਲਗਾਤਾਰ ਖਾ ਰਿਹਾ ਬਿਨਾਂ ਗਾ। ਔਰ ਪ੍ਰੋਟੀਨਸ ਕੁਛ ਹੱਦ ਤੱਕ, ਜਿਵੇਂ ਵੇ ਪ੍ਰੋਟੀਨ ਹੋ ਗਿਆ, ਜਿਹੜੇ ਵੇਟ ਗੇਨ ਕਰਦੇ ਆ ਜ਼ਿਆਦਾਤਰ, ਉਹ ਕੁਛ ਗਰਮ ਵੀ ਹੁੰਦੇ, ਜਿਵੇਂ ਜ਼ਿਆਦਾ ਨਹੀਂ ਕਹਿ ਸਕਦੇ ਪਰ ਹਾਂ ਥੋੜ੍ਹੇ ਬਹੁਤ ਗਰਮ ਵੀ ਹੁੰਦੇ ਆ। ਜਿਹਨੂੰ ਸੂਟ ਕਰ ਜਾਂਦਾ ਠੀਕ ਹੈ, ਜਿਹਨੂੰ ਸੂਟ ਨਹੀਂ ਕਰਦਾ ਉਹਦੇ ਸਰੀਰ 'ਤੇ ਮਾੜੇ ਮਾੜੇ ਦਾਣੇ ਜਿਹੇ ਵੀ ਆ ਜਾਂਦੇ ਆ, ਲਾਈਕ ਬਹੁਤ ਥੋੜ੍ਹੇ ਬਹੁਤ, ਜ਼ਿਆਦਾ ਨਹੀਂ ਕਹਿੰਦੇ। ਅਤੇ ਓਬਵੀਅਸਲੀ ਮੈਂ ਜਿਵੇਂ ਪਹਿਲਾਂ ਕਿਹਾ ਵੀ ਮਾਈਨਰ ਜੇ ਨੈਗੇਟਿਵ ਇਹਦੇ ਹੈਗੇ ਆ, ਡਰਾਬੈਕਸ ਹੈਗੇ ਆ ਸਪਲੀਮੈਂਟਸ ਦੇ। ਕੁਛ ਜਿਵੇਂ ਫਿਸ਼ ਆਇਲ ਹੋ ਗਿਆ, ਓਮੇਗਾ 3 ਹੋ ਗਿਆ। ਓਮੇਗਾ 3 ਫਿਸ਼ ਆਇਲ ਹੁੰਦਾ ਆ, ਫਿਸ਼ ਦੇ ਐਕਸਟਰੈਕਟਸ ਨਾਲ ਬਣਦਾ, ਉਹਦੇ ਫੈਟੀ ਆਇਲ ਨਾਲ ਬਣਦਾ ਵਾ, ਅਤੇ ਇਹ ਵੀ ਗਰਮ ਹੀ ਹੁੰਦੇ ਆ। ਅਤੇ ਹੋਰ ਕੋਈ ਮਿਸਲੇਨੀਅਸ ਸਪਲੀਮੈਂਟਸ, ਕਿੰਨੇ ਤਰ੍ਹਾਂ ਦੇ ਸਪਲੀਮੈਂਟਸ ਹੁੰਦੇ ਆ, ਸਭ ਦੇ ਆਪਣੇ ਆਪਣੇ ਫਾਇਦੇ ਨੇ, ਆਪਣੇ ਆਪਣੇ ਛੋਟੇ ਮੋਟੇ ਨੁਕਸਾਨ ਨੇ, ਕੋਈ ਜ਼ਿਆਦਾ ਨਹੀਂ ਕਹਿ ਸਕਦਾ। ਜਿਵੇਂ ਇੱਕ ਫੈਟ ਬਰਨਰ ਲਾ ਲੈਂਦੇ ਆ, ਇਹ ਵੀ ਸਪਲੀਮੈਂਟ ਦੇ ਵਿੱਚ ਆਉਂਦਾ, ਜਿਹੜੇ ਪਤਲੇ ਹੋਣ ਵਾਸਤੇ ਜਾਂ ਸ਼ਰੈਡ ਹੋਣ ਵਾਸਤੇ ਖਾਂਦੇ ਆ। ਇਹ ਗਰਮ ਹੁੰਦਾ ਹੈ ਜੀ, ਇਹ ਕਹਿ ਸਕਦੇ ਆ ਕਿ ਤੁਹਾਨੂੰ ਬਾਰ-ਬਾਰ ਵਾਸ਼ਰੂਮ ਜਾਣ ਦੀ, ਫਰੈਸ਼ ਹੋਣ ਦੀ ਲੋੜ ਪੈ ਸਕਦੀ ਹੈ, ਕਿ ਥੋੜਾ ਗਰਮ, ਉਹੀ ਚੀਜ਼ ਗੱਲ ਹੋ ਗਈ ਵੀ ਗਰਮ ਹੁੰਦੀ ਹੈ ਚੀਜ਼। ਅਤੇ ਹੋਰ ਇਹਦੇ ਕੋਈ ਮੇਜਰ ਸਾਈਡ ਇਫੈਕਟਸ ਨਹੀਂ ਹੁੰਦੇ, ਅਤੇ ਥੋੜ੍ਹੀ ਬਹੁਤ ਬਾਡੀ ਨੂੰ ਪ੍ਰੋਬਲਮਸ ਆਉਂਦੀਆਂ ਅਗਰ ਸਪਲੀਮੈਂਟ ਔਥੈਂਟਿਕ ਹੈ, ਬਿਲਕੁਲ ਸਹੀ ਹੈ, ਸਾਫ ਸੁਥਰਾ ਹੈ। ਅਤੇ ਤੁਹਾਨੂੰ ਹਲਕੇ ਫੁਲਕੇ ਮਾਈਨਰ ਜੇ ਚੇਂਜਿਸ ਬੋਡੀ ਦੇ ਵਿੱਚ, ਨੈਗੇਟਿਵ ਚੇਂਜਿਸ ਦੇਖਣ ਨੂੰ ਮਿਲ ਸਕਦੇ, ਜ਼ਿਆਦਾ ਨਹੀਂ ਮਿਲਣਗੇ ਫॉर श्योर। ਅਤੇ ਲੋਕਾਂ ਦਾ ਸਭ ਤੋਂ ਪਹਿਲਾਂ ਇਹਦੇ ਫਾਇਦੇ ਦੱਸਦੇ। ਫਾਇਦੇ ਇਹ ਹੁੰਦੇ ਆ ਕਿ ਜਿਵੇਂ ਹੁਣ ਪ੍ਰੋਟੀਨ ਦੀ ਸਭ ਤੋਂ ਵੱਡਾ ਜਿਹੜਾ ਸਪਲੀਮੈਂਟ ਸਭ ਤੋਂ ਜ਼ਿਆਦਾ ਵਿਕਣ ਵਾਲਾ ਸਪਲੀਮੈਂਟ ਹੁੰਦਾ ਪ੍ਰੋਟੀਨ ਸ਼ੇਕ, ਵੇ ਪ੍ਰੋਟੀਨ। ਇਹਨਾਂ ਦੇ ਫਾਇਦੇ ਇਹ ਹੁੰਦੇ ਆ, ਲੋਕਾਂ ਨੂੰ ਇਹ ਲੱਗਦਾ ਕਿ ਪ੍ਰੋਟੀਨ ਖਾਣ ਦੇ ਨਾਲ ਸਾਡੇ ਮਸਲ ਵੱਡੇ ਹੋ ਜਾਂਦੇ ਆ। ਇਹ ਮਸਲਸ ਨੂੰ ਵੱਡਾ ਕਰਦਾ, ਤੁਹਾਡਾ ਵਰਕਆਊਟ, ਤੁਹਾਡੀ ਡਾਈਟ, ਠੀਕ ਹੈ ਜੀ, ਇੰਕਲੂਡਿੰਗ ਦਿਸ ਪ੍ਰੋਟੀਨ ਦਾ ਕੰਮ ਹੈ ਤੁਹਾਡੇ ਮਸਲ ਨੂੰ ਰਿਕਵਰ ਕਰਨਾ। ਜਿਵੇਂ ਕਿ ਆਪਾਂ ਛੋਟੀ ਜਿਹੀ ਐਗਜ਼ਾਮਪਲ ਤੁਹਾਨੂੰ ਹੋਰ ਦਿੰਦਾ ਮੈਂ, ਜਿਵੇਂ ਕੋਈ ਕੰਧ 'ਤੇ ਤਰੇੜ ਆ ਜਾਂਦੀ ਆ, ਅਤੇ ਤਰੇੜ ਹੋਵੇ, ਮਤਲਬ ਡੂੰਘੀ ਤਰੇੜ ਆ ਜਾਵੇ, ਅਤੇ ਉਸਨੂੰ ਆਪਾਂ ਫਿਲ ਕਰਦੇ ਹਾਂ, ਉਹਦੇ ਉੱਪਰ ਦੀਵਾਰ ਦੇ ਉੱਪਰ ਇੱਕ ਲੇਅਰ ਜੀ ਜੰਮ ਜਾਂਦੀ, ਹਲਕੀ ਹਲਕੀ ਨਜ਼ਰ ਆਉਂਦੀ ਹੈ। ਯਾਨੀ ਕਿ ਆਪਾਂ ਨੂੰ ਆਈਡੀਆ ਹੋ ਜਾਂਦਾ ਕਿ ਇਸ ਦੀਵਾਰ ਦੇ ਉੱਤੇ ਕੋਈ ਵਾਲਪੇਪਰ ਜਾਂ ਕੋਈ ਕੰਮ ਹੋਇਆ ਹੈ, ਉਹਦਾ ਇੱਕ ਉਭਾਰ ਜਿਹਾ ਆ ਜਾਂਦਾ। ਅੱਜ ਜਿਵੇਂ ਦੀਵਾਰ ਹੈ, ਦੀਵਾਰ ਦੇ ਉੱਤੇ ਹਲਕਾ ਜਿਹਾ ਇੱਕ ਉਭਾਰ ਜਿਹਾ ਆ ਜਾਂਦਾ, ਇੱਕ ਬਲਜ ਜਿਹਾ ਬਣ ਜਾਂਦਾ। ਸੋ ਇਹੀ ਚੀਜ਼, ਇਹ ਛੋਟਾ ਜਿਹਾ ਇੱਕ ਬਹੁਤ ਸਿੰਪਲ ਜਿਹਾ ਐਗਜ਼ਾਮਪਲ ਤੁਹਾਨੂੰ ਦੱਸ ਰਿਹਾ ਕਿ ਇਹੀ ਚੀਜ਼ ਸਾਡੇ ਮਸਲਸ ਦੇ ਨਾਲ ਹੁੰਦਾ। ਸਾਡਾ ਮਸਲ ਡੇਲੀ ਬ੍ਰੇਕ ਡਾਊਨ ਕਰਦਾ ਔਰ ਰਿਕਵਰ ਕਰਦਾ। ਪ੍ਰੋਟੀਨ ਨੇ ਉਹ ਹੈਲਪ ਕਰਦਾ ਕਿ ਉਸ ਨੂੰ ਰਿਕਵਰ ਜਲਦੀ ਕਰਦਾ, ਠੀਕ ਹੈ ਜੀ। ਅਤੇ ਇਹੀ ਪ੍ਰੋਸੈਸ ਲਗਾਤਾਰ ਚੱਲਦਾ ਹੁੰਦਾ। ਪ੍ਰੋਟੀਨ ਆਪਣੇ ਮਸਲਸ ਨੂੰ ਦੁਬਾਰਾ ਜੋੜਦਾ, ਮਸਲ ਵਰਕਆਊਟ ਤੋਂ ਬਾਅਦ ਦੁਬਾਰਾ ਬ੍ਰੇਕਡਾਊਨ ਹੁੰਦੇ, ਪ੍ਰੋਟੀਨ ਫਿਰ ਉਸ ਨੂੰ ਜੋੜਦਾ, ਫਿਰ ਬ੍ਰੇਕਡਾਊਨ ਕਰਦੇ ਇੱਕ ਲੇਅਰ ਦੇ ਉੱਤੇ ਲੇਅਰ ਆਉਣ ਦੇ ਨਾਲ ਸਾਡੇ ਮਸਲਸ ਵੱਡੇ ਹੋ ਜਾਂਦੇ ਆ। ਇਸ ਪ੍ਰੋਸੈਸ ਦੇ ਨਾਲ ਹੀ ਮਸਲ ਵੱਧਦਾ ਹੈ। ਪ੍ਰੋਟੀਨ ਮਸਲਸ ਦੇ ਅੰਦਰ ਵੜ ਨਹੀਂ ਜਾਂਦਾ, ਉਸ ਨੂੰ ਵੱਡਾ ਨਹੀਂ ਕਰਦਾ, ਉਸ ਨੂੰ ਫੈਲਾ ਨਹੀਂ ਦਿੰਦਾ। ਸਾਡੇ ਮਸਲ ਦੇ ਉੱਤੇ ਜਿਹੜੀ ਬਾਰ-ਬਾਰ ਰਿਕਵਰ ਕਰਨ ਦੇ ਨਾਲ ਜਿਹੜੀ ਲੇਅਰ ਬਣਦੀ ਹੈ, ਉਸ ਚੀਜ਼ ਦੇ ਨਾਲ ਮਸਲ ਬਣਦਾ ਹੈ, ਵੱਡਾ ਹੁੰਦਾ ਜਾਂ ਲੀਨ ਹੋ ਜਾਂਦਾ ਹੈ, ਕੁਛ ਵੀ ਸ਼ੇਪਡ ਹੋ ਜਾਂਦਾ, ਕੁਛ ਵੀ ਕਹਿ ਸਕਦੇ ਆ। ਤੋ ਇਸ ਦੇ ਆ ਬੈਨੀਫਿਟਸ ਨੇ। ਬਾਕੀ ਹੋਰ 2-3 ਸਪਲੀਮੈਂਟਸ ਨੇ ਜਿਹਨੂੰ ਜਿਹੜੇ ਯੂਜ਼ ਹੁੰਦੇ ਆ ਗੇਨ ਕਰਨ ਵਾਸਤੇ। ਕ੍ਰੇਟਾਈਨ ਯੂਜ਼ ਹੁੰਦਾ ਹੈ। ਕ੍ਰੇਟਾਈਨ ਬਹੁਤ ਵਧੀਆ, ਕ੍ਰੇਟਾਈਨ ਮੋਨੋਹਾਈਡਰੇਟ ਬਹੁਤ ਵਧੀਆ ਇੱਕ ਸਪਲੀਮੈਂਟ ਹੈ। ਇਹਨੂੰ ਲੇਡੀਜ਼ ਵੀ ਖਾ ਸਕਦੇ ਆ, ਜੈਂਟਸ ਵੀ ਖਾ ਸਕਦੇ ਆ। ਹਾਂ, 18+ ਹੋਣੇ ਚਾਹੀਦੇ। ਬੱਚਿਆਂ ਨੂੰ ਕੋਈ ਦਿੱਕਤ ਤਾਂ ਨਹੀਂ ਆਊਗੀ, ਪਰ ਬੱਚਿਆਂ ਲਈ ਇਹ ਬਣਿਆ ਨਹੀਂ ਹੈਗਾ ਫॉर श्योर ਹੈ, ਕਿਉਂਕਿ ਬੱਚੇ ਆਲਰੇਡੀ ਖਾਣਾ ਪੀਣਾ ਇੰਨਾ ਕਰ ਰਹੇ, ਉਹਨਾਂ ਦੀ ਗਰੋਥ ਆਲਰੇਡੀ ਨੈਚੁਰਲੀ ਅੱਛੀ ਹੋ ਰਹੀ ਹੁੰਦੀ ਹੈ, ਤਾਂ ਮੇਰੇ ਹਿਸਾਬ ਨਾਲ ਇਹ ਬੱਚਿਆਂ ਨੂੰ ਹਲੇ ਰੈਕਮੈਂਡ ਨਹੀਂ ਕਰਨਾ ਚਾਹੀਦਾ। ਸੋ ਕ੍ਰੇਟਾਈਨ ਦਾ ਕੰਮ ਇਹ ਤੁਹਾਡੇ ਮਸਲਸ ਦੇ ਅੰਦਰ ਵਾਟਰ ਰਿਟੈਂਸ਼ਨ ਵਧਾ ਦਿੰਦਾ, ਤੁਹਾਡੇ ਅੰਦਰ ਸਟਰੈਂਥ ਪਾਵਰ ਬਹੁਤ ਵਧਾ ਦਿੰਦਾ। ਤੁਹਾਡਾ ਕੋਈ ਵੀ ਐਕਟੀਵਿਟੀ ਤੁਸੀਂ ਕਰਦੇ ਹੋ
ਤਾਂ ਉਸ ਦੀ ਪਰਫਾਰਮੈਂਸ ਵਧਾ ਦਿੰਦਾ ਹੈ। ਤੁਸੀਂ weight ਜ਼ਿਆਦਾ ਚੱਕਣ ਲੱਗ ਜਾਂਦੇ ਹੋ, ਜ਼ਿਆਦਾ weight ਦੇ ਵਿੱਚ ਵੀ ਜ਼ਿਆਦਾ ਰੈਪਸ ਲਾਉਣ ਲੱਗ ਜਾਂਦੇ ਹੋ, ਇਹ ਚੀਜ਼ਾਂ ਹੋ ਜਾਂਦੀਆਂ ਨੇ। ਸੋ ਇਹ ਵੀ ਇੱਕ ਅੱਛਾ ਇਹਦਾ ਫਾਇਦੇਮੰਦ ਹੈ। ਹੋਰ ਬਹੁਤ ਤਰ੍ਹਾਂ ਦੇ ਸਪਲੀਮੈਂਟਸ ਆਉਂਦੇ ਆ ਜਿਹੜੇ ਤੁਹਾਨੂੰ ਮਸਲ ਰਿਕਵਰੀ, ਤੁਹਾਡੇ ਪਰਫਾਰਮੈਂਸ ਨੂੰ ਐਨਹਾਂਸ ਕਰਨ ਦੇ ਵਿੱਚ ਹੈਲਪ ਕਰਦਾ ਹੈ। ਸੋ ਲੋਕਾਂ ਦਾ ਇੱਕ ਮਨ 'ਚ ਵਹਿਮ ਵੀ ਹੈ ਕਿ ਇਹ ਸਾਡੇ ਕਿਡਨੀਜ਼ ਫੇਲ ਕਰ ਦਿੰਦੇ ਆ ਪ੍ਰੋਟੀਨ ਐਂਡ ਕ੍ਰੀਏਟਿਨ। ਇੱਦਾਂ ਨਹੀਂ ਹੁੰਦਾ। ਫਸਟ ਆਫ ਆਲ ਮੈਂ ਸਭ ਤੋਂ ਜ਼ਰੂਰੀ ਗੱਲ ਜਿਹੜੀ ਤੁਹਾਨੂੰ ਦੱਸਣਾ ਚਾਹੂੰਗਾ ਕਿ ਜੇ ਤੁਹਾਡਾ ਸਪਲੀਮੈਂਟ ਇੱਕ ਆਥੈਂਟਿਕ ਸ਼ਾਪ ਤੋਂ ਲੈ ਰਹੇ ਹੋ, ਬਿਲਕੁਲ ਅਸਲੀ ਸਪਲੀਮੈਂਟ ਲੈ ਰਹੇ ਹੋ, ਤੁਹਾਡਾ ਜਿਹੜਾ ਡੀਲਰ ਹੈ ਉਹ ਤੁਹਾਨੂੰ ਬਿਲਕੁਲ ਸਹੀ ਗਾਈਡ ਕਰ ਰਿਹਾ ਔਰ ਉਹਦੇ ਕੋਲ ਲਾਇਸੈਂਸ ਹੈਗਾ ਆ। ਇਹ ਨਹੀਂ ਵੀ ਕਿਤੋਂ ਖਰੀਦ ਕੇ ਤੁਹਾਨੂੰ ਕਿਤੋਂ ਦੇਤਾ, ਤੁਹਾਨੂੰ ਪਤਾ ਹੀ ਨਹੀਂ ਹੈਗਾ ਕਿ ਅਸਲੀ ਹੈ ਕਿ ਨਕਲੀ ਹੈ। ਤੁਸੀਂ ਡੀਲਰ ਦੇ ਕੋਲ ਜਾਣਾ, ਡੀਲਰ ਨੂੰ ਪੁੱਛਣਾ ਕਿ ਇਹਦੀ ਆਥੈਂਟਿਸਿਟੀ ਕਿੱਦਾਂ ਪਤਾ ਲੱਗੇਗੀ, ਉਹ ਤੁਹਾਨੂੰ ਦੱਸੇਗਾ। ਠੀਕ ਹੈ, ਉਹ ਤੁਹਾਨੂੰ ਇਹਦੇ ਫਾਇਦੇ ਵੀ ਦੱਸੇਗਾ। ਤੁਹਾਡੀ ਉਹਦੀ ਗੱਲਬਾਤ ਤੋਂ ਹੀ ਪਤਾ ਲੱਗ ਜੂਗਾ ਕਿ ਪ੍ਰੋਟੀਨ ਜਾਂ ਕੋਈ ਵੀ ਸਪਲੀਮੈਂਟ ਰੀਅਲ ਹੈ, ਕੀ ਹੈ, ਨਕਲੀ ਹੈ, ਕਾਪੀ ਹੈ, ਕੀ ਚੀਜ਼ ਹੈ। ਸਪਲੀਮੈਂਟਸ ਡੇਂਜਰਸ ਨਹੀਂ ਹੁੰਦੇ। ਮੋਸਟ ਆਫ ਦੇ ਸਪਲੀਮੈਂਟਸ ਡੇਂਜਰਸ ਨਹੀਂ ਹੁੰਦੇ। ਜੇ ਇਹ ਡੇਂਜਰਸ ਹੁੰਦੇ, ਸਾਡੀ ਬਾਡੀ ਨੂੰ ਖਰਾਬ ਕਰਦੇ ਹੁੰਦੇ, ਤਾਂ ਡਾਕਟਰ ਦੀ ਪ੍ਰਿਸਕ੍ਰਿਪਸ਼ਨ ਤੋਂ ਬਿਨਾਂ ਨਾ ਮਿਲਦੇ। ਇਹ ਬਿਨਾਂ ਪ੍ਰਿਸਕ੍ਰਿਪਸ਼ਨ ਤੋਂ ਮਿਲਦੇ ਆ। ਦੈਟਸ ਵਾਈ ਦੇ ਆਰ ਸੇਫ, ਵੈਰੀ ਸੇਫ, unless you are not going to gym। ਫਿਰ ਤਾਂ ਇਹ ਤੁਹਾਨੂੰ ਇੱਦਾਂ ਨਹੀਂ ਕਿ ਤੁਹਾਨੂੰ ਕੋਈ ਖਰਾਬ ਕਰ ਦੂਗਾ, ਤੁਹਾਨੂੰ ਮੋਟਾ ਬਹੁਤ ਜ਼ਿਆਦਾ ਕਰ ਦੂਗਾ ਫੋਰ ਸ਼ੋਰ। ਕਿਉਂਕਿ ਤੁਸੀਂ ਘਰੇ ਕੋਈ ਐਕਟੀਵਿਟੀ ਨਹੀਂ ਕਰੋਗੇ, ਉੱਤੇ ਦੀ ਉੱਤੇ ਸਪਲੀਮੈਂਟ ਸਿੱਟੀ ਜਾਓਗੇ ਅੰਦਰ ਸਰੀਰ 'ਚ, ਤੇ ਉਹਨੇ ਤੁਹਾਨੂੰ ਮੋਟਾ ਹੀ ਕਰਨਾ। ਤੁਹਾਡੇ ਮੁਸਲ ਤਾਂ ਵਧਾਣੇ ਨਹੀਂ, ਇੱਕੋ ਹੀ ਮਸਲ ਵਧਣਾ, ਉਹਨੂੰ ਕਹਿੰਦੇ ਆ ਪੇਟ। ਤੇ ਬਸ ਹੋਰ ਤੇ ਜ਼ਿਆਦਾ ਨਹੀਂ ਕਰੂੰਗਾ ਮੈਂ ਇਸ ਦੇ ਬਾਰੇ, ਕਿਉਂਕਿ ਲੋਕ ਸ਼ਾਇਦ ਜ਼ਿਆਦਾ ਜਾਣਦੇ ਹੋਣਗੇ, ਮੈਂ ਸ਼ਾਇਦ ਘੱਟ ਜਾਣਦਾ ਹੋਊਗਾ। ਕਿ ਲੋਕ ਕਹਿਣਗੇ ਵੀ ਇਹ ਸਪੋਰਟ ਕਰ ਰਿਹਾ ਲੋਕਾਂ ਨੂੰ ਪਿੱਛੇ ਲਾਉਣ ਦੀ ਗੱਲ ਹੈ ਕਿ ਸਪਲੀਮੈਂਟ ਖਾਓ, ਨੈਚੁਰਲ ਬੋਡੀ ਬਿਲਡਿੰਗ ਨਾ ਕਰੋ। ਸੋ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ। ਨੈਚੁਰਲ ਇਜ਼ ਬੈਸਟ ਆਪਸ਼ਨ। ਸੈਕਿੰਡ ਆਪਸ਼ਨ, ਅਲਟਰਨੇਟ ਆਪਸ਼ਨ ਇਹੀ ਹੈ ਕਿ ਤੁਸੀਂ ਸਪਲੀਮੈਂਟ ਯੂਜ਼ ਕਰ ਸਕਦੇ ਹੋ, ਤਾਂ ਜੇ ਆਥੈਂਟਿਕ ਹੈ, ਬਿਲਕੁਲ ਸਹੀ ਹੋਣਾ ਚਾਹੀਦਾ, ਨਕਲੀ ਨਹੀਂ ਹੋਣਾ ਚਾਹੀਦਾ। ਤੁਹਾਡਾ ਡੀਲਰ ਇੱਕ ਵੈਲ ਨੋਨ ਨਿਊਟ੍ਰੀਸ਼ਨਿਸਟ ਹੋਣਾ ਚਾਹੀਦਾ। ਠੀਕ ਹੈ, ਇੱਕ ਸਰਟੀਫਾਈਡ ਸ਼ਾਪ ਤੋਂ ਹੀ ਤੁਸੀਂ, ਸਰਟੀਫਾਈਡ ਨਿਊਟ੍ਰੀਸ਼ਨਿਸਟ ਤੋਂ ਹੀ ਤੁਸੀਂ ਇਹ ਚੀਜ਼ ਬਾਏ ਕਰਨੀ ਹੈ। ਦੈਟਸ ਯੂ ਵਿਲ ਫੀਲ ਸੇਫ ਫॉर ਇਟ। ਜਦੋਂ ਤੁਸੀਂ ਉਹਨੂੰ ਖਾਓਗੇ ਤਾਂ ਤੁਹਾਨੂੰ ਅੱਛਾ ਫੀਲ ਹੋਊਗਾ। ਤੁਸੀਂ ਕਿਸੇ ਵੀ ਐਰੇ ਗਹਿਰੇ ਕਿਸੇ ਵੀ ਬੰਦੇ ਤੋਂ ਇਸ ਚੀਜ਼ ਦੀ ਡੀਲਿੰਗ ਨਾ ਕਰਿਓ ਮੇਰਾ ਵੀਰ। ਮੁੜ ਕੇ ਸਿਹਤ ਤੁਹਾਡੀ ਖਰਾਬ ਹੋਣੀ ਹੈ, ਅਗਲੇ ਨੇ ਤਾਂ ਭੱਜ ਜਾਣਾ, ਤੁਸੀਂ ਨਹੀਂ ਅਗਲੇ ਨੂੰ ਕੁਝ ਕਹਿ ਸਕਦੇ ਹੈਗੇ। ਫਿਰ ਉੱਥੇ ਗਲਤੀ ਆਪਣੀ ਹੋਊਗੀ, ਤੁਹਾਡੀ ਹੋਊਗੀ ਮੇਰਾ ਵੀਰ, ਉਹਦੀ ਨਹੀਂ ਹੋਊਗੀ। ਅਗਲੇ ਨੇ ਪੈਸੇ ਬਣਾਉਣੇ ਆ, ਅਗਲੇ ਨੇ ਨਿਕਲ ਜਾਣਾ। ਇੱਦਾਂ ਦੇ ਚੋਰ ਬੰਦੇ ਬਥੇਰੇ ਫਿਰਦੇ ਆ, ਤੁਸੀਂ ਕਿਹਨੂੰ ਫੜੀ ਜਾਓਗੇ। ਠੀਕ ਹੈ ਜੀ। ਹੁਣ ਲਾਸਟ ਇੱਕ ਚੀਜ਼ 'ਤੇ ਆਪਾਂ ਆ ਜਾਂਦੇ ਹਾਂ ਕਿ ਸਪਲੀਮੈਂਟਸ ਸਾਨੂੰ ਕਿੰਨੀ ਏਜ ਤੋਂ ਬਾਅਦ ਖਾਣੇ ਚਾਹੀਦੇ ਆ। ਸਪਲੀਮੈਂਟਸ ਮੈਂ ਤੁਹਾਨੂੰ ਰੈਕਮੈਂਡ ਕਰੂੰਗਾ ਕਿ ਸਪਲੀਮੈਂਟ ਜੇ ਤੁਸੀਂ ਯੂਜ਼ ਕਰਨਾ ਹੈ ਔਰ ਕਿਉਂਕਿ ਤੁਹਾਡੀ ਬਾਡੀ ਨੂੰ ਕੋਈ ਇਫੈਕਟ ਨਹੀਂ ਮਿਲ ਰਿਹਾ, ਜਾਂ ਤੁਸੀਂ ਕੰਪੀਟੀਸ਼ਨ ਖੇਡ ਰਹੇ ਹੋ, ਤੁਹਾਡੀ ਬਾਡੀ ਦੇ ਵਿੱਚ ਤੁਸੀਂ ਚੇਂਜਸ ਨਹੀਂ ਦੇਖ ਪਾ ਰਹੇ, ਤਾਂ ਤੁਸੀਂ ਸਪਲੀਮੈਂਟ ਯੂਜ਼ ਕਰਨਾ ਆਫਟਰ 16 years old, not 18 but 16। 16 is a deadline of every age that after you can use supplements। ਤੇ ਜ਼ਿਆਦਾ ਆਪਣੇ ਘਰ ਦੀ ਡਾਈਟ 'ਤੇ ਹੀ ਫੋਕਸ ਰੱਖਣਾ ਹੈ। ਦੁੱਧ, ਦਹੀਂ, ਪਨੀਰ। ਜੇ ਤੁਸੀਂ ਗੇਨ ਕਰ ਰਹੇ ਹੋ, ਜੇ ਲੀਨ ਕਰ ਰਹੇ ਹੋ, ਤਾਂ ਬਲੈਕ ਚਨੇ, ਵਾਈਟ ਚਨੇ, ਇੱਦਾਂ ਦੀਆਂ ਮਤਲਬ ਵੈਜ ਡਾਈਟਸ ਹੁੰਦੀਆਂ, ਨੋਨ ਵੈਜ ਡਾਈਟ ਹੁੰਦੀਆਂ, ਤੁਹਾਨੂੰ ਗੂਗਲ 'ਤੇ ਮਿਲ ਜਾਣਗੀਆਂ, YouTube 'ਤੇ ਵਧੀਆ ਜਿਹੜੇ ਟ੍ਰੇਨਰ ਹੈਗੇ ਆ, ਪ੍ਰੋਫੈਸ਼ਨਲ ਟ੍ਰੇਨਰ ਹੈਗੇ ਨੇ, ਬੋਡੀ ਬਿਲਡਰ ਨੇ, ਤੁਹਾਨੂੰ ਗਾਈਡ ਕਰ ਦੇਣਗੇ। ਇਹਨਾਂ ਦੇ ਆਲਮੋਸਟ ਵਲੌਗਸ ਹੁੰਦੇ ਹੀ ਨੇ ਉਸ ਦੇ ਰਿਗਾਰਡਿੰਗ। ਬਾਕੀ ਤੁਹਾਨੂੰ ਕੋਈ ਵੀ ਚੀਜ਼ ਜਾਣਨ ਦੀ ਜ਼ਰੂਰਤ ਹੈ, ਤੁਸੀਂ ਨੀਚੇ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ, ਅਤੇ ਮੈਂ ਉਸ ਦੇ ਰਿਗਾਰਡਿੰਗ ਅਗਲੀ ਵੀਡੀਓ ਵੀ ਬਣਾ ਦੂੰਗਾ ਫੋਰ ਸ਼ੋਰ। ਅਤੇ ਬਾਕੀ ਡਰਨ ਵਾਲੀ ਕੋਈ ਚੀਜ਼ ਨਹੀਂ ਹੈਗੀ। ਲੋਕਾਂ ਤੋਂ ਸੁਣ ਕੇ ਤੁਸੀਂ ਅੱਛਾ ਇਸ ਦਾ ਡਰ ਕਿੱਦਾਂ ਪੈਦਾ ਹੋਇਆ ਸੀ ਕਿ ਸਪਲੀਮੈਂਟਸ ਨਕਲੀ ਕਿਉਂ ਨੇ, ਕਿਉਂ ਕਿਡਨੀਆਂ ਫੇਲ ਕਰ ਦਿੰਦੇ? ਇਹਦਾ ਡਰ ਬਹੁਤ ਜਾਇਜ਼ ਡਰ ਹੈ, ਨਜਾਇਜ਼ ਨਹੀਂ ਹੈ। ਮੈਂ ਇਹ ਨਹੀਂ ਕਹਿੰਦਾ ਵੀ ਲੋਕਾਂ ਤੋਂ ਸੁਣ ਕੇ ਇਹ ਕੰਮ ਹੋਇਆ ਸੀ। ਲਾਈਕ ਅੱਜ ਤੋਂ 10 ਕੁ ਸਾਲ ਪਹਿਲਾਂ ਜਾਂ 8 ਕੁ ਸਾਲ ਪਹਿਲਾਂ ਦੀ ਗੱਲ ਹੈ ਕਿ ਨਕਲੀ ਸਪਲੀਮੈਂਟਸ ਦੀ ਮੈਨੂਫੈਕਚਰਿੰਗ ਬਹੁਤ ਜ਼ਿਆਦਾ ਹੁੰਦੀ ਸੀ, ਜਿਹਦੇ ਵਿੱਚ ਕਿ ਚਨੇ ਦਾ ਪਾਊਡਰ ਜਾਂ ਦੁੱਧ ਨੂੰ ਸੁਕਾ ਕੇ ਉਹ ਬਣ ਤਾਂ ਜਾਂਦਾ ਸੀਗਾ, ਲੇਕਿਨ ਉਸ ਦੀ ਪਾਵਰ ਵਧਾਉਣ ਵਾਸਤੇ ਉਹਦੇ ਅੰਦਰ ਸਟੀਰੋਇਡਸ ਪਾਏ ਜਾਂਦੇ ਸੀਗੇ ਤਾਂ ਕਿ ਉਹਨਾਂ ਦਾ ਸਪਲੀਮੈਂਟ ਸਸਤੇ ਦਾਮ ਦੇ ਵਿੱਚ ਇਫੈਕਟਿਵ ਨਿਕਲੇ।
ਤੇ ਉਹਦੇ ਨਾਲ ਕੀ ਹੁੰਦਾ ਸੀ ਕਿ ਬੱਚੇ ਵੀ ਖਾਂਦੇ ਸੀਗੇ, ਬੱਚਿਆਂ ਦੀ ਕਿਡਨੀਆਂ ਨੂੰ ਜਿਹਨੂੰ ਤਾਂ ਸੂਟ ਕਰ ਜਾਂਦਾ ਸੀਗਾ, ਮਤਲਬ 100 ਚੋਂ 20 ਬੰਦਿਆਂ ਨੂੰ ਜੇ ਸੂਟ ਕਰ ਜਾਂਦਾ ਸੀ ਤੇ ਬਾਕੀ 70-80 ਬੰਦਿਆਂ ਨੂੰ ਬਿਮਾਰ ਕਰ ਦਿੰਦਾ ਸੀ, ਔਰ ਕੁਝ ਕੁ ਜਿਹੜੇ 4-5% ਆ ਉਹਨਾਂ ਨੂੰ ਡੈਮੇਜ ਕਰ ਦਿੰਦਾ ਸੀ, ਯਾਨੀ ਕਿ ਸੀਰੀਅਸ ਡੈਮੇਜ ਦੇ ਦਿੰਦਾ ਸੀ, ਜਿਵੇਂ ਕਿਡਨੀ ਫੇਲੀਅਰ, ਲੰਗਸ ਦੇ ਵਿੱਚ ਇਫੈਕਟ ਹੋਣਾ, ਲੀਵਰ ਦੇ ਵਿੱਚ ਕਾਫੀ ਜ਼ਿਆਦਾ ਪੇਨ ਹੋ ਜਾਂਦਾ, ਕਿਉਂਕਿ ਸਟੈਰੋਇਡ ਲਗਾਤਾਰ ਜਦ ਕੰਜ਼ੰਪਸ਼ਨ ਕਰਦੇ ਹੋ ਔਰ ਚੰਗੀ ਡਾਈਟ ਨਹੀਂ ਦਿੰਦੇ ਔਰ ਵਰਕਆਊਟ ਆਪਣਾ ਇੰਟੈਂਸ ਵਰਕਆਊਟ ਨਹੀਂ ਕਰਦੇ ਤਾਂ ਓਬਵੀਅਸ ਹੈ ਇਹ ਚੀਜ਼ਾਂ ਤੁਹਾਨੂੰ ਫੇਲੀਅਰ ਤੱਕ ਲੈ ਕੇ ਜਾਣਗੀਆਂ ਔਰ ਬਹੁਤ ਕੁਝ ਕੇਸਿਸ ਦੇ ਵਿੱਚ ਡੈਥਸ ਵੀ ਹੋਈਆਂ ਸੀਗੀਆਂ, ਲੇਕਿਨ ਉਹ ਉਦੋਂ ਹੀ ਹੋਈਆਂ ਸੀ ਜਦੋਂ ਬੰਦਿਆਂ ਨੇ ਨਕਲੀ ਸਪਲੀਮੈਂਟ ਇਦਾਂ ਹੀ, ਜਿਵੇਂ ਅਸੀਂ ਕਿਸੇ ਨੂੰ ਕਹਿਤਾ ਯਾਰ ਮੈਨੂੰ ਮੰਗਵਾ ਦੇ, ਮੰਨ ਲਓ ਮੈਂ ਕੋਈ ਸਰਟੀਫਾਈਡ ਨਿਊਟ੍ਰੀਸ਼ਨਿਸਟ ਨਹੀਂ ਹੈਗਾ, ਮੈਨੂੰ ਪੈਸੇ ਬਣਾਉਣ ਤੱਕ ਦਾ ਮਤਲਬ ਹੈ, ਤਾਂ ਮੈਨੂੰ ਕਿਸੇ ਨੇ ਕਹਿਤਾ ਬਾਈ ਯਾਰ ਤੂੰ ਮੈਨੂੰ ਸਪਲੀਮੈਂਟ ਲੈ ਦੇ, ਕਿੰਨੇ ਦਾ ਪਊਗਾ, ਇੰਨੇ ਦਾ ਪਊਗਾ, ਮੈਂ ਅੱਗੇ 1500 ਦਾ ਫੜ ਕੇ ਅੱਗੇ 5000 ਦਾ ਵੇਚਤਾ, ਮੈਨੂੰ ਪੈਸੇ ਬਣ ਗਏ, ਚਾਲ ਜੀ ਮੈਨੂੰ ਕੀ ਲੋੜ ਪਈ ਅਗਲੇ ਨੂੰ ਦੱਸਣ ਦੀ ਵੀ ਅਸਲੀ ਹੈ ਕਿ ਨਕਲੀ ਹੈ, ਵੀਰੇ ਤੂੰ ਖਾ ਲੈ ਕੁਝ ਨਹੀਂ ਹੁੰਦਾ ਤੇ ਬਣ ਜਾਏਗਾ। ਸੋ ਇੱਦਾਂ ਦੇ ਲੋਕਾਂ ਤੋਂ ਬਚੋ। ਨਿਊਟ੍ਰੀਸ਼ਨ ਤੁਹਾਡਾ ਹੱਕ ਹੈ, ਠੀਕ ਹੈ ਜੀ, ਤੁਸੀਂ ਸਪਲੀਮੈਂਟ ਯੂਜ਼ ਕਰ ਸਕਦੇ ਹੋ, ਕੋਈ ਮਨਾਹੀ ਨਹੀਂ, ਕੋਈ ਗਲਤ ਚੀਜ਼ ਨਹੀਂ ਹੈਗੀ ਵੀਰ ਜੀ। ਨਿਊਟ੍ਰੀਸ਼ਨ ਇੰਡੀਅਨ ਸਪਲੀਮੈਂਟਸ ਦੀ ਮਾਰਕੀਟ ਦੇ ਵਿੱਚ ਕਿੰਨਾ ਜ਼ਿਆਦਾ ਵਾਧਾ ਹੋਇਆ ਹੈ, ਕਿਉਂ ਹੋਇਆ? ਕਿਉਂਕਿ ਲੋਕ ਇਹ 'ਤੇ ਭਰੋਸਾ ਕਰਦੇ, ਲੋਕਾਂ ਨੂੰ ਇਹ ਫਾਇਦੇ ਦਿੰਦਾ, ਠੀਕ ਹੈ ਜੀ। ਸੋ ਜ਼ਿਆਦਾ ਲੰਬੀ ਗੱਲ ਨਹੀਂ ਕਰੂੰਗਾ ਮੈਂ, ਸ਼ਾਰਟ ਦੇ ਵਿੱਚ ਹੀ ਰੱਖੂੰਗਾ। ਬਸ ਲਾਸਟ 2-3 ਚੀਜ਼ਾਂ ਕਿ ਲੋਕਾਂ ਤੋਂ ਸੁਣ ਕੇ, ਲੋਕਾਂ ਤੋਂ ਸਲਾਹ ਲੈ ਕੇ ਨਾ ਤੁਸੀਂ ਚੀਜ਼ ਖਾਣ ਵਾਲੀ ਚੀਜ਼ ਨਾ ਲਓ। ਜੇ ਤੁਸੀਂ ਅੱਛਾ ਵਰਕਆਊਟ ਚਾਹੁੰਦੇ ਹੋ ਤੇ ਵਧੀਆ ਬੋਡੀ ਚਾਹੁੰਦੇ ਹੋ, ਤੁਸੀਂ ਇੱਕ ਸਰਟੀਫਾਈਡ ਨਿਊਟ੍ਰੀਸ਼ਨਿਸਟ ਕੋਲ ਹੀ ਜਾ ਕੇ ਪੁੱਛਣਾ ਆ, ਜਾਂ ਜੇ ਉਹ ਅੱਛਾ ਡੀਲਰ ਹੈਗਾ ਆ ਤੇ ਉਹਦੇ ਤੋਂ ਹੀ ਲੈਣੇ ਆ। ਉਹਨੂੰ ਤੁਸੀਂ 10 ਸਵਾਲ ਪੁੱਛੋ, ਕਿਉਂਕਿ ਵੀਰੇ ਤੁਸੀਂ ਪੈਸੇ ਲਾਣੇ ਆ, ਤੁਸੀਂ ਪੈਸਾ ਲਾਉਣਾ ਵਾ, ਆਪਣੇ ਆਪ ਤੇ ਲਾਉਣਾ ਵਾ। ਤੁਸੀਂ ਇੱਕ ਕਹਿ ਲਓ ਵੀ ਜੇ ਤੁਹਾਨੂੰ ਰਿਸਕ ਲੱਗਦਾ ਤਾਂ ਤੁਸੀਂ 10 ਸਵਾਲ ਪੁੱਛੋ, 10 ਵਾਰੀ ਪੁੱਛੋ ਕਿ ਵੀਰ ਜੀ ਇਹਦਾ ਇਫੈਕਟ ਕੀ ਹੈ, ਨੁਕਸਾਨ ਕੀ ਹੋ ਸਕਦਾ, ਕਿੰਨੀ ਵਾਰ ਲੈਣਾ ਤੇ ਇਹਦਾ ਇਫੈਕਟ ਕੀ ਹੈ, ਇਸ ਤੋਂ ਬੈਟਰ ਕੀ ਹੈ, ਇਸ ਤੋਂ ਘੱਟ ਕੀ ਹੈ, ਜਾਂ ਘੱਟ ਦਾਮ ਦੇ ਵਿੱਚ ਆਪਾਂ ਨੂੰ ਅੱਛੀ ਨਿਊਟ੍ਰੀਸ਼ਨ ਚਾਹੀਦੀ ਹੈ ਤਾਂ ਕਿਹੜਾ ਪ੍ਰੋਡਕਟ ਸਹੀ ਰਹੂਗਾ, ਪ੍ਰੋਟੀਨ ਤੋਂ ਇਲਾਵਾ ਕੋਈ ਚੀਜ਼ ਮਿਲ ਜਾਏ ਜਾਂ ਕੱਲਾ ਪ੍ਰੋਟੀਨ ਲੈਣ ਨਾਲ ਸਰਦਾ, ਇਹ ਚੀਜ਼ਾਂ ਪੁੱਛੀ ਦੀਆਂ ਹੁੰਦੀਆਂ ਨੇ। ਸੋ ਉਹ ਬੰਦੇ ਦੱਸਣ ਨੂੰ ਹੀ ਬੈਠੇ ਆ, ਉਹ ਇਸੇ ਚੀਜ਼ ਦਾ ਪੈਸਾ ਕਮਾ ਰਹੇ ਨੇ। ਆਪਾਂ ਨੂੰ ਸੰਗ ਮਾਰ ਜਾਂਦੀ ਆ ਵੀ ਆਪਾਂ ਕੀ ਲੈਣਾ ਯਾਰ, ਪੁੱਛ ਕੇ ਅਗਲਾ ਡਿਸਟਰਬ ਫੀਲ ਕਰੂਗਾ, ਇਦਾਂ ਦੀ ਕੋਈ ਗੱਲ ਨਹੀਂ ਵੀਰ ਜੀ। ਸਮਾਂ ਤੁਹਾਨੂੰ ਪਤਾ ਲੱਗ ਜੂਗਾ ਕਿ ਅਗਲਾ ਜਾਲੀ ਨਿਊਟ੍ਰੀਸ਼ਨਿਸਟ ਤਾਂ ਨਹੀਂ ਹੈਗਾ। ਜੇ ਇਹ ਤੁਹਾਡੀ ਹਰ ਗੱਲ ਦਾ ਉਹਦੇ ਕੋਲ ਜੇ ਜਵਾਬ ਹੋਊਗਾ, ਦੈਟ ਮੀਨਸ ਉਹ ਸਹੀ ਹੈ। ਜੇ ਉਹ ਤੁਹਾਡੀ ਗੱਲ ਦਾ ਜਵਾਬ ਨਹੀਂ ਦੇ ਪਾ ਰਿਹਾ ਤਾਂ ਸਮਝ ਲਓ ਵੀ ਉਹ ਜਾਲੀ ਬੰਦਾ, ਠੀਕ ਹੈ ਜੀ। ਤੇ ਬਸ ਜ਼ਿਆਦਾ ਲੰਬੀ ਗੱਲ ਨਹੀਂ ਕਰੂੰਗਾ। ਥੈਂਕ ਯੂ ਸੋ ਮਚ। ਤੇ ਜੇ ਕਿਸੇ ਨੂੰ ਕੋਈ ਆਪਣੀ ਰਾਏ ਦੇਣਾ ਚਾਹੁੰਦਾ ਹੈ, ਕੋਈ ਕਮੈਂਟ ਦੇ ਵਿੱਚ ਮੈਨੂੰ ਕੋਈ ਇਨਫੋਰਮੇਸ਼ਨ ਦੱਸਣਾ ਚਾਹੁੰਦਾ, ਸ਼ਾਇਦ ਮੇਰੀ ਕੋਈ ਗੱਲ ਗਲਤ ਹੋਵੇ ਜਾਂ ਸਹੀ ਹੋਵੇ, ਜਾਂ ਉਸਨੂੰ ਮੈਨੂੰ ਸਹੀ ਤਰ੍ਹਾਂ ਦੱਸਣਾ ਨਾ ਆਇਆ ਹੋਵੇ, ਤਾਂ ਪਲੀਜ਼ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸੋ। ਥੈਂਕ ਯੂ ਸੋ ਮਚ। ਤੇ ਸਟੇ ਹੈਲਦੀ, ਸਟੇ ਹੈਪੀ, ਤੇ ਜਿਮ ਨਾ ਮਿਸ ਕਰੋ। ਗੁੱਡ ਡੇ।